ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 9ਵੀਂ ਦੇ ਪਾਰਟ ਨੰਬਰ 7 ਈ ਗਵਰਨੈਂਸ ਪਾਰਟ ਲੈ ਕੇ ਹਾਜ਼ਰ ਹੋਏ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਇਸ ਪਾਰਟ ਦੇ ਉਦੇਸ਼ ਬਾਰੇ ਜਾਣਾਂਗੇ। ਇਸ ਪਾਰਟ ਵਿੱਚ ਜਿਹੜੇ ਟੌਪਿਕ ਅਸੀਂ ਪੜਾਂਗੇ, ਜਿਸ ਵਿੱਚ ਪਹਿਲਾ ਹੈ ਚੰਗੇ ਸ਼ਾਸਨ ਦੇ ਮੁੱਖ ਗੁਣ, ਈ ਗਵਰਨੈਂਸ ਦਾ ਇਤਿਹਾਸ ਅਤੇ ਵਿਕਾਸ, ਈ ਗਵਰਨੈਂਸ ਦੇ ਉਦੇਸ਼, ਈ ਗਵਰਨੈਂਸ ਦੇ ਮਾਡਲ, ਈ ਗਵਰਨੈਂਸ ਦੇ ਖੇਤਰ ਅਤੇ ਇਸ ਪਾਠ ਦੇ ਅਖੀਰ ਦੇ ਵਿੱਚ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ। ਸੋ ਆਓ ਅਸੀਂ ਹੁਣ ਸਭ ਤੋਂ ਪਹਿਲਾਂ ਈ ਗਵਰਨੈਂਸ ਨਾਲ ਜਾਣ ਪਛਾਣ ਕਰ ਲੈਂਦੇ ਹਾਂ ਕਿ ਈ ਗਵਰਨੈਂਸ ਕੀ ਹੁੰਦੀ ਹੈ। ਸੋ ਈ ਗਵਰਨੈਂਸ ਸਰਕਾਰ ਦੀਆਂ ਨੀਤੀਆਂ, ਹੁਕਮਾਂ ਅਤੇ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਅਤੇ ਸੰਗਠਿਤ ਕਰਨ ਨਾਲ ਸੰਬੰਧਿਤ ਹੈ। ਸਰਕਾਰ ਦੇ ਕੰਮਕਾਜ ਆਨਲਾਈਨ ਹੋਣੇ ਹੀ ਈ ਗਵਰਨੈਂਸ ਅਖਵਾਉਂਦਾ ਹੈ। ਇਸ ਰਾਹੀਂ ਨਾਗਰਿਕਾਂ ਨੂੰ ਆਨਲਾਈਨ ਸੇਵਾਵਾਂ ਉਹਨਾਂ ਦੇ ਨੇੜੇ ਤੋਂ ਨੇੜੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਦੂਜੇ ਸ਼ਬਦਾਂ ਵਿੱਚ ਈ ਗਵਰਨੈਂਸ ਤੋਂ ਭਾਵ ਹੈ ਸਰਕਾਰੀ ਸੇਵਾਵਾਂ ਦਾ ਆਨਲਾਈਨ ਉਪਲਬਧ ਹੋਣਾ। ਅੱਜ ਦੇ ਸਮੇਂ ਵਿੱਚ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਵਿੱਚ ਈ ਗਵਰਨੈਂਸ ਦੇ ਇਸਤੇਮਾਲ ਉੱਪਰ ਨਿਰਭਰ ਕਰਦੀ ਹੈ। ਸੋ ਹੁਣ ਅਸੀਂ ਚੰਗੇ ਸ਼ਾਸਨ ਜਾਂ ਚੰਗੇ ਈ ਗਵਰਨੈਂਸ ਦੇ ਗੁਣਾਂ ਬਾਰੇ ਜਾਣਾਂਗੇ, ਜਿਸ ਵਿੱਚ ਇਸ ਦਾ ਪਹਿਲਾ ਗੁਣ ਹੈ ਚੰਗਾ ਸ਼ਾਸਨ ਲਏ ਗਏ ਫੈਸਲੇ ਦੇ ਨਤੀਜੇ ਲਈ ਜਨਤਾ ਨੂੰ ਜਵਾਬਦੇਹ ਹੁੰਦਾ ਹੈ। ਚੰਗਾ ਸ਼ਾਸਨ ਪਾਰਦਰਸ਼ੀ ਹੁੰਦਾ ਹੈ, ਜਿਸ ਵਿੱਚ ਜਨਤਾ ਇਹ ਸਾਫ਼-ਸਾਫ਼ ਦੇਖ ਸਕਦੀ ਹੈ ਕਿ ਕੋਈ ਫੈਸਲਾ ਕਿਵੇਂ ਅਤੇ ਕਿਉਂ ਲਿਆ ਗਿਆ ਹੈ। ਚੰਗਾ ਸ਼ਾਸਨ ਕਾਨੂੰਨ ਦੀ ਪਾਲਣਾ ਕਰਦਾ ਹੈ। ਚੰਗਾ ਸ਼ਾਸਨ ਜਨਤਾ ਦੀਆਂ ਲੋੜਾਂ ਨੂੰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਪੂਰਾ ਕਰਨ ਲਈ ਜਵਾਬਦੇਹ ਹੁੰਦਾ ਹੈ। ਪੰਜਵਾਂ ਪੁਆਇੰਟ, ਚੰਗਾ ਸ਼ਾਸਨ ਫੈਸਲੇ ਕਰਨ ਅਤੇ ਫੈਸਲੇ ਲਾਗੂ ਕਰਨ ਵਿੱਚ ਪ੍ਰਭਾਵਸ਼ਾਲੀ ਅਤੇ ਕੁਸ਼ਲ ਹੁੰਦਾ ਹੈ ਅਤੇ ਕਈ ਪ੍ਰਕਿਰਿਆਵਾਂ ਰਾਹੀਂ ਲੋਕਾਂ ਸਰੋਤਾਂ ਦੀ ਵਧੀਆ ਵਰਤੋਂ ਕਰਕੇ ਸਮਾਜ ਦੀ ਲੋੜ ਅਨੁਸਾਰ ਨਤੀਜੇ ਪੈਦਾ ਕਰਦਾ ਹੈ। ਅੱਗੇ ਛੇਵਾਂ ਹੈ, ਚੰਗੇ ਸ਼ਾਸਨ ਵਿੱਚ ਸਭ ਦੀ ਸ਼ਮੂਲੀਅਤ ਹੁੰਦੀ ਹੈ। ਕੋਈ ਵੀ ਵਿਅਕਤੀ ਜੋ ਕਿ ਕਿਸੇ ਫੈਸਲੇ ਦੁਆਰਾ ਪ੍ਰਭਾਵਿਤ ਹੁੰਦਾ ਹੈ ਜਾਂ ਫੈਸਲਾ ਕਰਨ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਇਸ ਵਿੱਚ ਸ਼ਾਮਲ ਹੋ ਸਕਦਾ ਹੈ। ਸੋ ਅੱਗੇ ਹੁਣ ਅਸੀਂ ਈ ਗਵਰਨੈਂਸ ਦੇ ਇਤਿਹਾਸ ਅਤੇ ਵਿਕਾਸ ਬਾਰੇ ਜਾਣਾਂਗੇ। ਸੋ ਈ ਗਵਰਨੈਂਸ 70 ਦੇ ਦਹਾਕੇ ਵਿੱਚ ਹੋਂਦ ਵਿੱਚ ਆਇਆ ਅਤੇ ਸਰਕਾਰ ਨੇ ਇਸ ਨੂੰ ਸੁਰੱਖਿਆ ਦੇ ਖੇਤਰ, ਆਰਥਿਕ ਨਿਗਰਾਨੀ ਅਤੇ ਯੋਜਨਾ ਦੇ ਖੇਤਰ ਵਿੱਚ ਅਪਣਾਇਆ ਸੀ। ਰਾਸ਼ਟਰੀ ਸੂਚਨਾ ਸੰਸਥਾ ਦੇ ਉਪਰਾਲਿਆਂ ਰਾਹੀਂ 80 ਦੇ ਦਹਾਕੇ ਦੌਰਾਨ ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ਨੂੰ ਆਪਸ ਵਿੱਚ ਈ ਗਵਰਨੈਂਸ ਦੇ ਰਾਹੀਂ ਜੋੜਿਆ ਗਿਆ ਸੀ। ਸੋ 90 ਦੇ ਸ਼ੁਰੂਆਤੀ ਦਹਾਕੇ ਦੌਰਾਨ ਈ ਗਵਰਨੈਂਸ ਨੇ ਸੂਚਨਾ ਟੈਕਨੋਲੋਜੀ ਦੀ ਵਰਤੋਂ ਕਰਕੇ ਵੱਡੇ ਖੇਤਰਾਂ ਤੱਕ ਪਹੁੰਚ ਕਰਨ ਨੂੰ ਆਪਣਾ ਮੁੱਖ ਟੀਚਾ ਰੱਖਿਆ। ਸੂਚਨਾ ਅਤੇ ਸੰਚਾਰ ਟੈਕਨੋਲੋਜੀ ਨੇ ਗ੍ਰਾਹਕਾਂ ਲਈ ਸੇਵਾ ਕੇਂਦਰਾਂ ਨੂੰ ਆਪਣੇ ਨੇੜੇ ਲੱਭਣਾ ਸੰਭਵ ਕਰ ਦਿੱਤਾ। ਸੋ ਈ ਗਵਰਨੈਂਸ ਦੀ ਵੱਧਦੀ ਹੋਈ ਮੰਗ ਅਤੇ ਡਾਟਾ ਦਾ ਸਾਈਜ਼ ਵੱਧ ਹੋਣ ਕਾਰਨ ਸਰਕਾਰ ਨੂੰ ਨਵੀਆਂ ਤਕਨੀਕਾਂ ਜਿਵੇਂ ਕਿ ਓਪਨ ਸੋਰਸ ਸੋਲਿਊਸ਼ਨ ਅਤੇ ਕਲਾਊਡ ਕੰਪਿਊਟਿੰਗ ਨੂੰ ਵਰਤਣ ਦੀ ਜ਼ਰੂਰਤ ਹੈ। ਅੱਜ ਕੱਲ੍ਹ ਬਿਜਲੀ, ਪਾਣੀ, ਫੋਨ ਅਤੇ ਸਾਰੀਆਂ ਕਿਸਮਾਂ ਦੇ ਬਿੱਲ ਇੰਟਰਨੈਟ ਰਾਹੀਂ ਅਦਾ ਕੀਤੇ ਜਾ ਸਕਦੇ ਹਨ ਅਤੇ ਉਹ ਸਾਰੇ ਕੰਮ ਜੋ ਸਰਕਾਰ ਅਤੇ ਨਾਗਰਿਕਾਂ ਰਾਹੀਂ ਵਰਤੇ ਅਤੇ ਕੀਤੇ ਜਾ ਰਹੇ ਹਨ। ਸੋ ਇਹ ਸਾਰੇ ਕੰਮ ਇੰਟਰਨੈਟ ਉੱਤੇ ਆਧਾਰਿਤ ਹਨ ਅਤੇ ਨਾਗਰਿਕਾਂ ਨੂੰ ਇੰਟਰਨੈਟ ਸੇਵਾਵਾਂ ਲਈ ਸਰਕਾਰ ਉੱਤੇ ਨਿਰਭਰ ਹੋਣਾ ਪੈਂਦਾ ਹੈ। ਇਸ ਕਾਰਨ ਕਰਕੇ ਹੀ ਈ ਗਵਰਨੈਂਸ ਹੋਂਦ ਵਿੱਚ ਆਈ। ਸੋ ਹੁਣ ਅਸੀਂ ਈ ਗਵਰਨੈਂਸ ਬਾਰੇ ਜਾਣਾਂਗੇ। ਈ ਗਵਰਨੈਂਸ ਦਾ ਪੂਰਾ ਨਾਮ ਇਲੈਕਟ੍ਰੋਨਿਕ ਗਵਰਨੈਂਸ ਹੈ। ਈ ਗਵਰਨੈਂਸ ਸਰਕਾਰ ਦੀਆਂ ਨੀਤੀਆਂ, ਹੁਕਮਾਂ ਅਤੇ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਅਤੇ ਸੰਗਠਿਤ ਕਰਨ ਨਾਲ ਸੰਬੰਧਿਤ ਹੈ। ਸਰਕਾਰ ਦੇ ਕੰਮਕਾਜ ਆਨਲਾਈਨ ਹੋਣੇ ਹੀ ਈ ਗਵਰਨੈਂਸ ਹੁੰਦਾ ਹੈ। ਇਸ ਰਾਹੀਂ ਨਾਗਰਿਕਾਂ ਨੂੰ ਆਨਲਾਈਨ ਸੇਵਾਵਾਂ ਉਹਨਾਂ ਦੇ ਨੇੜੇ ਤੋਂ ਨੇੜੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਅਤੇ ਦੂਜੇ ਸ਼ਬਦਾਂ ਵਿੱਚ ਜੇ ਆਪਾਂ ਕਹਿ ਸਕਦੇ ਹਾਂ, ਈ ਗਵਰਨੈਂਸ ਤੋਂ ਭਾਵ ਹੈ ਸਰਕਾਰੀ ਸੇਵਾਵਾਂ ਦਾ ਆਨਲਾਈਨ ਉਪਲਬਧ ਹੋਣਾ। ਅੱਜ ਦੇ ਸਮੇਂ ਵਿੱਚ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਵਿੱਚ ਈ ਗਵਰਨੈਂਸ ਦੇ ਇਸਤੇਮਾਲ ਉੱਪਰ ਨਿਰਭਰ ਕਰਦੀ ਹੈ। ਸੋ ਅੱਜ ਦੀ ਦੁਨੀਆ ਵਿੱਚ ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇਸ਼ ਦੁਆਰਾ ਈ ਗਵਰਨੈਂਸ ਦੇ ਇਸਤੇਮਾਲ ਤੇ ਨਿਰਭਰ ਕਰਦੀ ਹੈ। ਸੋ ਈ ਗਵਰਨੈਂਸ ਰਾਹੀਂ ਸਰਕਾਰ ਕੰਮਕਾਜ ਵਿੱਚ ਕੁਸ਼ਲਤਾ ਅਤੇ ਨਾਗਰਿਕਾਂ ਲਈ ਕੰਮਕਾਜ ਵਿੱਚ ਪਾਰਦਰਸ਼ਤਾ ਆਈ ਹੈ। ਸਰਕਾਰ ਦੀ ਸਫਲਤਾ ਜਾਂ ਅਸਫਲਤਾ ਤਿੰਨ ਚੀਜ਼ਾਂ ਤੇ ਨਿਰਭਰ ਕਰਦੀ ਹੈ, ਜਿਸ ਵਿੱਚ ਪਹਿਲਾ ਹੈ ਸਰਕਾਰ ਦੇ ਕੰਮਕਾਜ ਦੇ ਤਰੀਕੇ ਤੇ, ਦੂਜਾ ਸਰਕਾਰੀ ਕੰਮਕਾਜ ਅਤੇ ਸੂਚਨਾ ਵਿੱਚ ਪਾਰਦਰਸ਼ਤਾ, ਤੀਸਰਾ ਸਰਕਾਰ ਅਤੇ ਨਾਗਰਿਕਾਂ ਵਿਚਾਲੇ ਸੰਚਾਰ। ਸੋ ਅੱਗੇ ਹੁਣ ਅਸੀਂ ਈ ਗਵਰਨੈਂਸ ਦੇ 4 ਥੰਮਾਂ ਬਾਰੇ ਜਾਣਾਂਗੇ।
ਜਿਸ ਵਿੱਚ ਪਹਿਲਾ ਹੈ ਕਨੈਕਟੀਵਿਟੀ। ਸੋ ਲੋਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਨਾਲ ਜੋੜਨ ਲਈ ਕਨੈਕਟੀਵਿਟੀ ਦੀ ਲੋੜ ਪੈਂਦੀ ਹੈ। ਦੂਸਰਾ ਹੈ ਗਿਆਨ। ਸੋ ਗਿਆਨ ਤੋਂ ਭਾਵ ਹੈ ਸੂਚਨਾ ਟੈਕਨੋਲੋਜੀ ਬਾਰੇ ਜਾਣਕਾਰੀ ਹੋਣਾ। ਸਰਕਾਰ ਹੁਨਰਮੰਦ ਇੰਜੀਨੀਅਰਾਂ ਦੀ ਦੁਆਰਾ ਇਸ ਕੰਮ ਨੂੰ ਕਰਵਾਉਂਦੀ ਹੈ ਜੋ ਗਵਰਨੈਂਸ ਦੇ ਕੰਮ ਕੁਸ਼ਲਤਾ ਨਾਲ ਨੇਪਰੇ ਚਾੜਦੇ ਹਨ। ਤੀਸਰਾ ਹੈ ਡਾਟਾ ਕੰਟੈਂਟ। ਸੋ ਇੰਟਰਨੈਟ ਉੱਤੇ ਸੂਚਨਾ ਸ਼ੇਅਰ ਕਰਨ ਲਈ ਸਰਕਾਰ ਆਪਣੀਆਂ ਸੇਵਾਵਾਂ ਨਾਲ ਸੰਬੰਧਿਤ ਡਾਟਾਬੇਸ ਨੂੰ ਸਾਂਭਦੀ ਹੈ। ਚੌਥਾ ਹੈ ਪੂੰਜੀ ਜਾਂ ਕੈਪੀਟਲ। ਪੂੰਜੀ ਤੋਂ ਭਾਵ ਹੈ ਸਰਕਾਰ ਰਾਹੀਂ ਆਪਣੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਵਰਤੀ ਗਈ ਰਾਸ਼ੀ ਹੈ। ਸੋ ਅੱਗੇ ਸਾਡੇ ਕੋਲ ਹੈ ਗਵਰਨੈਂਸ ਦੇ ਉਦੇਸ਼। ਸੋ ਗਵਰਨੈਂਸ ਦਾ ਉਦੇਸ਼ ਸਾਰੀਆਂ ਸੰਸਥਾਵਾਂ ਜਿਵੇਂ ਕਿ ਸਰਕਾਰੀ, ਨਾਗਰਿਕ ਅਤੇ ਵਪਾਰੀਆਂ ਲਈ ਸਰਕਾਰੀ ਕੰਮਕਾਜ ਨੂੰ ਸੌਖਾ ਕਰਨਾ ਅਤੇ ਉਹਨਾਂ ਨੂੰ ਸਮਰਥਨ ਦੇਣਾ ਹੈ। ਸੋ ਗਵਰਨੈਂਸ ਦੇ ਦੋ ਮੁੱਖ ਉਦੇਸ਼ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਵੱਖੋ ਵੱਖਰੀਆਂ ਆਨਲਾਈਨ ਸੇਵਾਵਾਂ ਦੀ ਵਰਤੋਂ ਰਾਹੀਂ ਜਨਤਕ ਜ਼ਰੂਰਤਾਂ ਨੂੰ ਸੰਤੋਸ਼ਜਨਕ ਅਤੇ ਆਸਾਨ ਤਰੀਕੇ ਨਾਲ ਪੂਰਾ ਕਰਨਾ। ਦੂਸਰਾ ਸਰਕਾਰੀ ਪ੍ਰਸ਼ਾਸਨਿਕ ਕੰਮ ਕਾਜ ਨੂੰ ਪਾਰਦਰਸ਼ੀ, ਜਵਾਬਦੇਹ, ਕੁਸ਼ਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨ ਲਈ ਸੇਵਾਵਾਂ ਮੁਹੱਈਆ ਕਰਵਾਉਣਾ। ਸੋ ਹੁਣ ਅਸੀਂ ਗਵਰਨੈਂਸ ਦੇ ਮਾਡਲ ਬਾਰੇ ਜਾਣਾਂਗੇ। ਸੋ ਗਵਰਨੈਂਸ ਮਾਡਲ ਨੂੰ 4 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਜਿਸ ਵਿੱਚ ਇਸ ਦਾ ਪਹਿਲਾ ਭਾਗ ਹੈ ਸਰਕਾਰ ਤੋਂ ਸਰਕਾਰ, ਦੂਸਰਾ ਸਰਕਾਰ ਤੋਂ ਨਾਗਰਿਕ, ਤੀਸਰਾ ਹੈ ਸਰਕਾਰ ਤੋਂ ਵਪਾਰ ਅਤੇ ਚੌਥਾ ਹੈ ਸਰਕਾਰ ਤੋਂ ਕਰਮਚਾਰੀ। ਸੋ ਇਹਨਾਂ ਚਾਰੇ ਮਾਡਲਾਂ ਬਾਰੇ ਹੁਣ ਅਸੀਂ ਅਗਲੀ ਆਉਣ ਵਾਲੀ ਵੀਡੀਓ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਸਰਕਾਰ ਤੋਂ ਸਰਕਾਰ ਮਾਡਲ ਬਾਰੇ ਜਾਣ ਲੈਂਦੇ ਹਾਂ। ਗਵਰਨੈਂਸ ਦੀ ਇਸ ਕਿਸਮ ਵਿੱਚ ਆਨਲਾਈਨ ਸੇਵਾਵਾਂ ਨੂੰ ਰੱਖਿਆ ਜਾਂਦਾ ਹੈ, ਜਿਸ ਵਿੱਚ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਆਪਸੀ ਡਾਟਾ ਅਤੇ ਸੂਚਨਾ ਸ਼ੇਅਰ ਕਰਦੀਆਂ ਹਨ। ਸਰਕਾਰੀ ਏਜੰਸੀਆਂ, ਵਿਭਾਗ ਅਤੇ ਸੰਸਥਾਵਾਂ ਆਪਸੀ ਸੰਚਾਰ, ਡਾਟਾ ਪਹੁੰਚ ਅਤੇ ਜਾਣਕਾਰੀ ਦੀ ਵੰਡ ਨੂੰ ਬਿਹਤਰ ਬਣਾ ਕੇ ਸਰਕਾਰ ਤੋਂ ਸਰਕਾਰ ਗਵਰਨੈਂਸ ਦੇ ਅਧੀਨ ਆਉਂਦੀਆਂ ਹਨ। ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਵੱਖੋ ਵੱਖਰੇ ਰਾਜਾਂ ਦੇ ਪੁਲਿਸ ਵਿਭਾਗਾਂ ਵਿਚਕਾਰ ਸੂਚਨਾ ਨੂੰ ਸ਼ੇਅਰ ਕਰਨਾ। ਦੂਸਰਾ ਹੈ ਗਵਰਨੈਂਸ ਰਾਹੀਂ ਸਰਕਾਰੀ ਦਸਤਾਵੇਜ਼ ਨੂੰ ਸਟੋਰ ਕਰਨਾ ਅਤੇ ਇਹਨਾਂ ਨੂੰ ਤਿਆਰ, ਪ੍ਰਮਾਣਿਤ ਅਤੇ ਵੰਡਣਾ ਸ਼ਾਮਲ ਹੁੰਦਾ ਹੈ। ਤੀਸਰਾ ਹੈ ਗਵਰਨੈਂਸ ਰਾਹੀਂ ਜ਼ਿਆਦਾਤਰ ਵਿੱਤ ਅਤੇ ਬਜਟ ਸੰਬੰਧੀ ਕੰਮ ਕੀਤੇ ਜਾਂਦੇ ਹਨ। ਅੱਗੇ ਇਸ ਦਾ ਦੂਸਰਾ ਮਾਡਲ ਹੈ ਸਰਕਾਰ ਤੋਂ ਨਾਗਰਿਕ। ਸੋ ਗਵਰਨੈਂਸ ਦੀ ਇਸ ਕਿਸਮ ਵਿੱਚ ਸਰਕਾਰ ਆਪਣੇ ਨਾਗਰਿਕਾਂ ਨੂੰ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਇੱਕ ਦੂਜੇ ਨਾਲ ਸੰਚਾਰ ਕਰਦੀਆਂ ਹਨ। ਇਸ ਵਿੱਚ ਸਰਕਾਰ ਉਹ ਸੇਵਾਵਾਂ ਪ੍ਰਦਾਨ ਕਰਦੀ ਹੈ ਜੋ ਸਿੱਧੇ ਤੌਰ ਤੇ ਜਨਤਾ ਨਾਲ ਸੰਬੰਧਿਤ ਹੁੰਦੀਆਂ ਹਨ ਅਤੇ ਇਹ ਸੇਵਾਵਾਂ ਮੁਫਤ ਜਾਂ ਘੱਟ ਤੋਂ ਘੱਟ ਖਰਚਿਆਂ ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸੋ ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਆਨਲਾਈਨ ਬਿੱਲ, ਜਿਵੇਂ ਕਿ ਬਿਜਲੀ, ਪਾਣੀ, ਟੈਲੀਫੋਨ ਬਿੱਲਾਂ ਆਦਿ ਦੀ ਅਦਾਇਗੀ ਕਰਨੀ। ਦੂਜਾ ਹੈ ਉਮੀਦਵਾਰਾਂ ਵੱਲੋਂ ਅਰਜ਼ੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨਾ। ਤੀਸਰਾ ਹੈ ਜ਼ਮੀਨੀ ਰਿਕਾਰਡ ਦੀਆਂ ਕਾਪੀਆਂ ਮੁਹੱਈਆ ਕਰਵਾਉਣਾ। ਚੌਥਾ ਹੈ ਸ਼ਿਕਾਇਤਾਂ ਨੂੰ ਆਨਲਾਈਨ ਦਰਜ ਕਰਵਾਉਣਾ। ਪੰਜਵਾਂ ਹੈ ਕਿਸੇ ਕਿਸਮ ਦੀ ਆਨਲਾਈਨ ਸੂਚਨਾ ਨੂੰ ਉਪਲਬਧ ਕਰਵਾਉਣਾ। ਸੋ ਅੱਗੇ ਹੁਣ ਅਸੀਂ ਇਸ ਦੇ ਤੀਸਰੇ ਮਾਡਲ ਯਾਨੀ ਕਿ ਸਰਕਾਰ ਤੋਂ ਵਪਾਰੀ ਬਾਰੇ ਜਾਣਾਂਗੇ। ਸੋ ਗਵਰਨੈਂਸ ਦੀ ਇਸ ਕਿਸਮ ਵਿੱਚ ਸਰਕਾਰ ਵੱਲੋਂ ਕਾਰੋਬਾਰ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸ਼ਾਮਲ ਹੁੰਦੀਆਂ ਹਨ। ਇਹਨਾਂ ਸੇਵਾਵਾਂ ਰਾਹੀਂ ਸਰਕਾਰ ਅਤੇ ਵਪਾਰਕ ਸੰਗਠਨ ਇੱਕ ਦੂਜੇ ਨਾਲ ਸੰਚਾਰ ਕਰਦੇ ਹਨ। ਸੋ ਆਨਲਾਈਨ ਵਿਕਰੀ ਅਤੇ ਚੀਜ਼ਾਂ ਦੀ ਖਰੀਦ, ਚੀਜ਼ਾਂ ਦੇ ਟੈਕਸ ਜਾਂ ਕਾਰੋਬਾਰ ਤੇ ਸਬਸਿਡੀਆਂ ਆਦਿ ਸੇਵਾਵਾਂ ਸਰਕਾਰ ਦੁਆਰਾ ਕਾਰੋਬਾਰੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਟੈਕਸਾਂ ਨੂੰ ਇਕੱਠਾ ਕਰਨਾ, ਚੀਜ਼ਾਂ ਦੇ ਪੇਟੈਂਟ ਜਾਂ ਅਧਿਕਾਰ ਨੂੰ ਖਾਰਜ ਜਾਂ ਪ੍ਰਵਾਨ ਕਰਨਾ, ਹਰ ਕਿਸਮ ਦੇ ਬਿੱਲਾਂ ਅਤੇ ਜੁਰਮਾਨੇ ਦੀ ਅਦਾਇਗੀ ਕਰਨਾ, ਹਰ ਕਿਸਮ ਦੀ ਸੂਚਨਾ, ਨਿਯਮਾਂ ਅਤੇ ਡਾਟਾ ਨੂੰ ਸ਼ੇਅਰ ਕਰਨਾ, ਸ਼ਿਕਾਇਤਾਂ ਜਾਂ ਹੋਰ ਕਿਸੇ ਕਿਸਮ ਦੀ ਅਸੰਤੁਸ਼ਟੀ ਨੂੰ ਵੀ ਇਸ ਰਾਹੀਂ ਦਿਖਾਇਆ ਜਾ ਸਕਦਾ ਹੈ। ਅੱਗੇ ਸਾਡੇ ਕੋਲ ਇਸ ਦਾ ਚੌਥਾ ਮਾਡਲ ਹੈ ਸਰਕਾਰ ਤੋਂ ਕਰਮਚਾਰੀ। ਸੋ ਇਸ ਕਿਸਮ ਦੀ ਗਵਰਨੈਂਸ ਵਿੱਚ ਉਹ ਸੇਵਾਵਾਂ ਅਤੇ ਸਹੂਲਤਾਂ ਸ਼ਾਮਲ ਹਨ ਜੋ ਸਰਕਾਰ ਅਤੇ ਇਸ ਦੇ ਕਰਮਚਾਰੀਆਂ ਵਿਚਕਾਰ ਹੁੰਦੀਆਂ ਹਨ। ਸਰਕਾਰ ਵੱਲੋਂ ਕਰਮਚਾਰੀਆਂ ਦੇ ਤਨਖਾਹ ਬਿੱਲ, ਉਹਨਾਂ ਦੇ ਸਰਵਿਸ ਰਿਕਾਰਡ, ਵਿਭਾਗੀ ਤਬਾਦਲੇ ਅਤੇ ਕਰਮਚਾਰੀਆਂ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਰਿਕਾਰਡ ਸਰਕਾਰਾਂ ਦੁਆਰਾ ਆਨਲਾਈਨ ਰੱਖੇ ਜਾਂਦੇ ਹਨ। ਸੋ ਇਸ ਮਾਡਲ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਇਸ ਮਾਡਲ ਰਾਹੀਂ ਵੱਖੋ ਵੱਖਰੇ ਸਰਕਾਰੀ ਵਿਭਾਗਾਂ ਵੱਲੋਂ ਪ੍ਰਾਪਤ ਹਰ ਕਿਸਮ ਦੇ ਡਾਟਾ ਨੂੰ ਜਮ੍ਹਾਂ ਕੀਤਾ ਜਾਂਦਾ ਹੈ
ਕਰਮਚਾਰੀ ਇਸ ਮਾਡਲ ਰਾਹੀਂ ਆਪਣੀਆਂ ਹਰ ਕਿਸਮ ਦੀਆਂ ਸ਼ਿਕਾਇਤਾਂ ਅਤੇ ਅਸੰਤੁਸ਼ਟੀ ਨੂੰ ਦਰਜ ਕਰ ਸਕਦੇ ਹਨ। ਇਸ ਮਾਡਲ ਰਾਹੀਂ ਕਰਮਚਾਰੀਆਂ ਦੇ ਹਰ ਕਿਸਮ ਦੇ ਨਿਯਮ ਅਤੇ ਕਾਨੂੰਨ ਅਤੇ ਸੂਚਨਾ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਕਰਮਚਾਰੀ ਆਪਣੇ ਕੰਮ ਦਾ ਰਿਕਾਰਡ ਅਤੇ ਅਦਾਇਗੀਆਂ ਨੂੰ ਚੈੱਕ ਕਰ ਸਕਦਾ ਹੈ। ਕਰਮਚਾਰੀ ਸਾਰੇ ਕਿਸਮ ਦੇ ਕੰਮ ਨਾਲ ਸੰਬੰਧਿਤ ਫਾਰਮ ਜਿਵੇਂ ਕਿ ਛੁੱਟੀ ਲਈ ਫਾਰਮ ਅਤੇ ਮੈਡੀਕਲ ਬਿੱਲ ਆਦਿ ਨੂੰ ਆਨਲਾਈਨ ਰਜਿਸਟਰ ਕਰ ਸਕਦਾ ਹੈ। ਸੋ ਅੱਗੇ ਹੁਣ ਅਸੀਂ ਈ ਗਵਰਨੈਂਸ ਦੇ ਖੇਤਰ ਬਾਰੇ ਜਾਣਾਂਗੇ। ਸੋ ਈ ਗਵਰਨੈਂਸ ਦੇ ਵੱਖ-ਵੱਖ ਖੇਤਰ ਨੇ, ਜਿਸ ਵਿੱਚ ਪਹਿਲਾ ਆ ਸ਼ਹਿਰੀ ਖੇਤਰਾਂ ਵਿੱਚ ਅਤੇ ਪੇਂਡੂ ਖੇਤਰਾਂ ਵਿੱਚ। ਤੇ ਇਹ ਦੋ ਖੇਤਰ ਹੈ ਜਿੱਥੇ ਈ ਗਵਰਨੈਂਸ ਦੀ ਵਰਤੋਂ ਜ਼ਿਆਦਾਤਰ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਅਸੀਂ ਸ਼ਹਿਰੀ ਖੇਤਰਾਂ ਬਾਰੇ ਜਾਣਾਂਗੇ। ਸ਼ਹਿਰੀ ਖੇਤਰਾਂ ਵਿੱਚ ਜਿਹੜੀ ਈ ਗਵਰਨੈਂਸ ਹੈ ਉਹ ਹੇਠ ਲਿਖੇ ਖੇਤਰਾਂ ਵਿੱਚ ਵਰਤੀ ਜਾਂਦੀ ਹੈ, ਜਿਸ ਵਿੱਚ ਪਹਿਲਾ ਹੈ ਆਵਾਜਾਈ ਦੇ ਖੇਤਰ ਵਿੱਚ, ਦੂਸਰਾ ਹੈ ਸੂਚਨਾ ਅਤੇ ਲੋਕ ਸੰਪਰਕ ਸੇਵਾਵਾਂ ਦੇ ਖੇਤਰ ਵਿੱਚ, ਤੀਸਰਾ ਬਿੱਲਾਂ ਅਤੇ ਟੈਕਸਾਂ ਦੀ ਆਨਲਾਈਨ ਅਦਾਇਗੀ, ਚੌਥਾ ਨਗਰ ਨਿਗਮ ਸੇਵਾਵਾਂ ਲਈ ਤੇ ਪੰਜਵਾਂ ਸੜਕ ਅਤੇ ਸੁਰੱਖਿਆ ਪ੍ਰਬੰਧਨ ਦੇ ਲਈ। ਉਹਨਾਂ ਸਾਰੇ ਖੇਤਰਾਂ ਬਾਰੇ ਹੁਣ ਅਸੀਂ ਇੱਕ ਇੱਕ ਕਰਕੇ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਆਵਾਜਾਈ ਦੇ ਖੇਤਰ ਵਿੱਚ। ਸੋ ਆਵਾਜਾਈ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ, ਜਿਸ ਵਿੱਚ ਪਹਿਲਾ ਹੈ ਲਰਨਰ ਲਾਇਸੈਂਸ ਜਾਰੀ ਕਰਨਾ, ਡਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਨਾ ਆਦਿ। ਦੂਸਰਾ ਹੈ ਆਵਾਜਾਈ ਨਾਲ ਸੰਬੰਧਿਤ ਆਨਲਾਈਨ ਸਹੂਲਤਾਂ ਮੁਹੱਈਆ ਕਰਨਾ। ਤੀਸਰਾ ਆਨਲਾਈਨ ਬੁਕਿੰਗ, ਸੀਟ ਨੂੰ ਰੱਦ ਕਰਨਾ, ਬੱਸ ਦੇ ਚਲੇ ਜਾਣ ਬਾਰੇ ਪੜਤਾਲ ਕਰਨ ਅਤੇ ਬੱਸ ਦੀ ਸੀਟ ਦੀ ਉਪਲਬਧਤਾ ਆਦਿ ਪਤਾ ਕਰਨ ਦੀ ਸਹੂਲਤ ਮੁਹੱਈਆ ਕਰਨਾ। ਚੌਥਾ ਹੈ ਬੱਸਾਂ ਦੇ ਟਾਈਮ ਟੇਬਲ ਜਾਰੀ ਕਰਨਾ। ਪੰਜਵਾਂ ਇੰਟਰਸਟੇਟ ਆਵਾਜਾਈ ਲਈ ਬੁਕਿੰਗ ਦੀ ਸੁਵਿਧਾ ਦਾ ਪ੍ਰਬੰਧ ਕਰਨਾ ਅਤੇ ਆਵਾਜਾਈ ਮੰਗ ਪ੍ਰਬੰਧਨ ਕਰਨਾ। ਛੇਵਾਂ ਹੈ ਖੇਤਰੀ ਆਵਾਜਾਈ ਪ੍ਰੋਗਰਾਮ ਬਣਾਉਣਾ ਅਤੇ ਭੀੜ ਤੇ ਨਿਯੰਤਰਣ ਕਰਨ ਲਈ ਕਾਰਜ ਕਰਨਾ। ਦੂਸਰਾ ਸਾਡੇ ਕੋਲ ਹੈ ਬਿੱਲਾਂ ਅਤੇ ਟੈਕਸਾਂ ਦੀ ਆਨਲਾਈਨ ਅਦਾਇਗੀ। ਸੋ ਬਿੱਲਾਂ ਅਤੇ ਟੈਕਸਾਂ ਦੀ ਆਨਲਾਈਨ ਅਦਾਇਗੀ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਜਿਹੜੀਆਂ ਸੇਵਾਵਾਂ, ਜਿਸ ਵਿੱਚ ਪਹਿਲਾ ਹੈ ਆਨਲਾਈਨ ਲਾਇਸੈਂਸ ਫੀਸ ਅਤੇ ਯੂਨੀਵਰਸਿਟੀ ਫੀਸ ਦੀ ਅਦਾਇਗੀ ਆਦਿ ਕਰਨਾ। ਬਿੱਲਾਂ ਦੀ ਅਦਾਇਗੀ ਜਿਵੇਂ ਕਿ ਬਿਜਲੀ ਅਤੇ ਪਾਣੀ ਦੇ ਬਿੱਲ, ਯੂਟਿਲਿਟੀ ਬਿੱਲ, ਵਪਾਰਕ ਲਾਇਸੈਂਸ ਲੈਣ ਦੇ ਬਿੱਲ ਅਤੇ ਹੋਰ ਸਰਕਾਰੀ ਮਸਲਿਆਂ ਦੇ ਬਿੱਲ ਇਸ ਸੁਵਿਧਾ ਰਾਹੀਂ ਆਨਲਾਈਨ ਭਰੇ ਜਾਂਦੇ ਹਨ। ਤੀਸਰਾ ਹੈ ਟੈਕਸਾਂ ਦੀ ਅਦਾਇਗੀ ਜਿਵੇਂ ਕਿ ਗੱਡੀਆਂ ਦੇ ਟੈਕਸ ਅਤੇ ਰੈਵਨਿਊ ਟੈਕਸ ਆਦਿ ਦੀ ਆਨਲਾਈਨ ਅਦਾਇਗੀ ਕਰਨਾ। ਚੌਥਾ ਹੈ ਘਰਾਂ ਦੀ ਮਹੀਨਾਵਾਰ ਕਿਸ਼ਤਾਂ ਦੀ ਵੀ ਅਦਾਇਗੀ ਦੇਖਣਾ। ਤੀਸਰਾ ਸਾਡੇ ਕੋਲ ਹੈ ਸੂਚਨਾ ਅਤੇ ਲੋਕ ਸੰਪਰਕ ਸੇਵਾਵਾਂ। ਸੂਚਨਾ ਅਤੇ ਲੋਕ ਸੰਪਰਕ ਸੇਵਾਵਾਂ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ, ਜਿਸ ਵਿੱਚ ਪਹਿਲਾ ਹੈ ਰੋਜ਼ਗਾਰ ਬਾਰੇ, ਟੈਂਡਰਾਂ ਬਾਰੇ ਅਤੇ ਬਾਜ਼ਾਰ ਦੇ ਮੁੱਲਾਂ ਆਦਿ ਬਾਰੇ ਸੂਚਨਾ। ਦੂਸਰਾ ਹੈ ਪਿੰਡਾਂ ਦੀ ਈਮੇਲ ਬਾਰੇ ਸੂਚਨਾ। ਉਸ ਤੋਂ ਬਾਅਦ ਅਗਲਾ ਸਾਡੇ ਕੋਲ ਹੈ ਨਗਰ ਨਿਗਮ ਸੇਵਾਵਾਂ। ਸੋ ਨਗਰ ਨਿਗਮ ਸੇਵਾਵਾਂ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀ ਜਾਂਦੀਆਂ ਸੇਵਾਵਾਂ, ਜਿਸ ਵਿੱਚ ਪਹਿਲਾ ਹੈ ਘਰਾਂ ਦੇ ਟੈਕਸ ਬਿੱਲ ਭਰਨੇ ਅਤੇ ਇਕੱਠੇ ਕਰਨੇ। ਦੂਜਾ ਹੈ ਜ਼ਮੀਨਾਂ ਅਤੇ ਜਾਇਦਾਦਾਂ ਦੇ ਰਿਕਾਰਡ ਬਣਾਉਣੇ ਅਤੇ ਜ਼ਮੀਨ ਵੇਚਣ ਦੀ ਆਗਿਆ ਦੇ ਸਰਟੀਫਿਕੇਟ ਅਤੇ ਕਾਨੂੰਨੀ ਤੌਰ ਤੇ ਠੇਕੇ ਦੇ ਲੈਣ ਦੇਣ ਦੇ ਸਰਟੀਫਿਕੇਟਸ। ਤੀਸਰਾ ਹੈ ਪਾਸਪੋਰਟ ਵੈਰੀਫਿਕੇਸ਼ਨ ਸਰਟੀਫਿਕੇਟ ਜਾਰੀ ਕਰਨੇ, ਮੌਤ ਅਤੇ ਜਨਮ ਦੇ ਸਰਟੀਫਿਕੇਟ ਜਾਰੀ ਕਰਨੇ, ਜਾਇਦਾਦ ਦੀ ਰਜਿਸਟ੍ਰੇਸ਼ਨ ਅਤੇ ਅਟਾਰਨੀ ਕੰਪਿਊਟਰਾਈਜ਼ ਕਰਵਾਉਣ ਦਾ ਕੰਮ ਆਦਿ। ਛੇਵਾਂ ਪੁਆਇੰਟ ਹੈ ਸਰਟੀਫਿਕੇਟ ਜਾਰੀ ਕਰਨ ਵਰਗੀਆਂ ਬਹੁਤ ਸਾਰੀਆਂ ਸੇਵਾਵਾਂ ਅਤੇ ਹੁਕਮ ਜਾਰੀ ਕਰਨਾ, ਜਿਵੇਂ ਸੋਸ਼ਲ ਸਿਕਿਉਰਿਟੀ ਸਕੀਮ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਸੁਤੰਤਰਤਾ ਸੈਨਾਨੀਆਂ ਦੀਆਂ ਪੈਨਸ਼ਨਾਂ ਆਦि ਜਾਰੀ ਕਰਵਾਉਣੀਆਂ। ਸੱਤਵਾਂ ਹੈ ਸਾਈਟ ਦੇ ਪਲਾਨ ਨੂੰ ਰਿਵਿਊ ਅਤੇ ਅਪਰੂਵ ਕਰਵਾਉਣਾ। ਸੋ ਅੱਗੇ ਹੁਣ ਅਸੀਂ ਸੜਕ ਅਤੇ ਸੁਰੱਖਿਆ ਪ੍ਰਬੰਧਨ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀਆਂ ਸੇਵਾਵਾਂ ਬਾਰੇ ਜਾਣਾਂਗੇ, ਜਿਸ ਵਿੱਚ ਪਹਿਲਾ ਹੈ ਸੜਕਾਂ ਅਤੇ ਪੁਲਾਂ ਦੇ ਨੈਟਵਰਕ ਦਾ ਕੰਮ, ਸੜਕਾਂ ਬਣਾਉਣ ਅਤੇ ਮੁਰੰਮਤ ਦਾ ਕੰਮ, ਆਵਾਜਾਈ ਦੀ ਭੀੜ ਦਾ ਪ੍ਰਬੰਧਨ, ਸੁਰੱਖਿਆ, ਹਾਦਸੇ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਆਦਿ। ਸੋ ਹੁਣ ਅਸੀਂ ਪੇਂਡੂ ਖੇਤਰਾਂ ਵਿੱਚ ਈ ਗਵਰਨੈਂਸ ਕਿਹੜੀ ਜਗ੍ਹਾ ਵਰਤੀ ਜਾਂਦੀ ਹੈ ਉਹਨਾਂ ਖੇਤਰਾਂ ਬਾਰੇ ਜਾਣਾਂਗੇ, ਜਿਸ ਵਿੱਚ ਪਹਿਲਾ ਹੈ ਖੇਤੀਬਾੜੀ, ਦੂਸਰਾ ਹੈ ਲੋਕ ਸੂਚਨਾ, ਤੀਸਰਾ ਹੈ ਆਫਤ ਪ੍ਰਬੰਧਨ, ਚੌਥਾ ਹੈ ਲੈਂਡ ਰਿਕਾਰਡ ਪ੍ਰਬੰਧਨ ਅਤੇ ਪੰਜਵਾਂ ਹੈ ਪੰਚਾਇਤ। ਸਭ ਤੋਂ ਪਹਿਲਾਂ ਅਸੀਂ ਖੇਤੀਬਾੜੀ ਜਾਣਾਂਗੇ। ਖੇਤੀਬਾੜੀ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀ ਜਾਂਦੀਆਂ ਸੇਵਾਵਾਂ, ਜਿਸ ਵਿੱਚ ਪਹਿਲਾ ਹੈ ਐਗ ਮਾਰਕ ਨੈਕਟ ਪ੍ਰੋਜੈਕਟ, ਮਾਰਕੀਟਿੰਗ ਅਤੇ ਇੰਸਪੈਕਸ਼ਨ ਵਿਭਾਗ, ਐਗਰੀਕਲਚਰ ਵਿਭਾਗ ਅਤੇ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ। ਉਸੇ ਤਰ੍ਹਾਂ ਦੇ ਨਾਲ ਸੀਡ ਨੈਟ ਇੱਕ ਸੀਡ ਇਨਫੋਰਮੈਟਿਕ ਨੈਟਵਰਕ ਹੈ
ਜੋ ਕਿ ਐਗਰੀਕਲਚਰ ਵਿਭਾਗ ਅਤੇ ਭਾਰਤ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। ਇਸੇ ਤਰ੍ਹਾਂ ਦੇ ਨਾਲ ਦੂਸਰਾ ਹੈ ਲੋਕਲ ਸੂਚਨਾ। ਸੋ ਆਮ ਸੂਚਨਾ ਲਈ ਜਿਵੇਂ ਕਿ ਲੋਕਾਂ ਦੀ ਜਾਣਕਾਰੀ, ਬੀਜਾਂ ਦੇ ਭਾਅ, ਖਾਦਾਂ, ਵਿਆਜ ਦਰ ਆਦਿ ਲਈ ਸਰਕਾਰ ਨੇ ਈ ਗਵਰਨੈਂਸ ਨੂੰ ਵਰਤਿਆ ਹੈ। ਲੋਕਲ ਸੂਚਨਾ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਜਿਹੜੀਆਂ ਸੇਵਾ ਪ੍ਰਦਾਨ ਕੀਤੀਆਂ ਜਾਂਦੀਆਂ, ਜਿਸ ਵਿੱਚ ਪਹਿਲਾ ਈ ਆਧਾਰ। ਸੋ ਈ ਆਧਾਰ UIDAI ਦੁਆਰਾ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਦਰਜ 12 ਅੱਖਰਾਂ ਦਾ ਨੰਬਰ ਪੂਰੇ ਭਾਰਤ ਵਿੱਚ ਪਹਿਚਾਣ ਅਤੇ ਪਤੇ ਦਾ ਪ੍ਰਮਾਣ ਹੁੰਦਾ ਹੈ। ਉਸ ਤੋਂ ਬਾਅਦ ਇਸ ਦਾ ਦੂਸਰਾ ਪੁਆਇੰਟ ਹੈ ਈ ਜਨ ਸੰਪਰਕ। ਆਮ ਆਦਮੀ ਤੇ ਪਹੁੰਚ ਵਿੱਚ ਸੇਵਾਵਾਂ ਅਤੇ ਸੂਚਨਾ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਇਲਾਕੇ ਵਿੱਚ ਹੁੰਦਾ ਹੈ। ਤੀਸਰਾ ਹੈ ਆਫਤ ਪ੍ਰਬੰਧਨ। ਸੋ ਇਸ ਤਰ੍ਹਾਂ ਦੀ ਆਫਤਾਂ ਨਾਲ ਜੂਝਣ ਲਈ ਕਈ ਰਾਜ ਸਰਕਾਰਾਂ ਦੁਆਰਾ ਈ ਗਵਰਨੈਂਸ ਦੀਆਂ ਕਈ ਸੇਵਾਵਾਂ ਇਸ ਖੇਤਰ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਵਿੱਚ ਬਿਹਾਰ ਸਰਕਾਰ ਦੁਆਰਾ ਚੇਤਨਾ ਇੱਕ ਡਿਜ਼ਾਸਟਰ ਮੈਨੇਜਮੈਂਟ ਸਿਸਟਮ ਹੈ, ਜੋ ਕਿ ਹੜ੍ਹਾਂ ਅਤੇ ਭੂਚਾਲਾਂ ਵਰਗੀਆਂ ਕੁਦਰਤੀ ਆਫਤਾਂ ਲਈ ਜੂਝਦੀਆਂ ਹਨ। ਚੌਥਾ ਹੈ ਲੈਂਡ ਰਿਕਾਰਡ ਮੈਨੇਜਮੈਂਟ। ਸੋ ਲੈਂਡ ਰਿਕਾਰਡ ਮੈਨੇਜਮੈਂਟ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ, ਜਿਸ ਵਿੱਚ ਪਹਿਲਾ ਹੈ ਲੈਂਡ ਰਿਕਾਰਡ ਮੈਨੇਜਮੈਂਟ ਸਿਸਟਮ, ਜੋ ਕਿ ਪੰਜਾਬ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। ਦੂਸਰਾ ਹੈ ਦੇਵ ਭੂਮੀ, ਉੱਤਰਾਖੰਡ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। ਤੀਸਰਾ ਹੈ ਬਹੁਲੇਖ, ਜੋ ਕਿ ਯੂਪੀ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। ਚੌਥਾ ਹੈ ਈ ਧਾਰਾ। ਈ ਧਾਰਾ ਗੁਜਰਾਤ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ, ਜਿਨ੍ਹਾਂ ਦੀ ਵਰਤੋਂ ਲੈਂਡ ਜ਼ਮੀਨ ਦੇ ਰਿਕਾਰਡ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਪੰਜਵਾਂ ਸਾਡੇ ਕੋਲ ਹੈ ਪੰਚਾਇਤ। ਤਾਂ ਪੰਚਾਇਤ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ, ਜਿਸ ਵਿੱਚ ਪਹਿਲਾ ਹੈ ਜਨਮ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨਾ, ਵੋਟਰ ਸੂਚੀ ਵਿੱਚ ਨਾਮ ਦਾਖਲ ਕਰਵਾਉਣ ਲਈ ਅਰਜੀ, ਸਮਾਜ ਦੇ ਗਰੀਬ ਅਤੇ ਜ਼ਰੂਰਤਮੰਦ ਤਬਕੇ ਦੀ ਉਸਾਰੀ ਲਈ ਸਕੀਮਾਂ ਚਲਾਉਣਾ, ਜ਼ਿਲ੍ਹਾ ਪੱਧਰ ਤੇ ਪਲਾਨ ਬਣਾਉਣੇ, ਲਾਗੂ ਕਰਨੇ ਅਤੇ ਉਹਨਾਂ ਦੀ ਸਫਲਤਾ ਦੀ ਘੋਖ ਕਰਨੀ, ਪਿੰਡ ਦੇ ਸਭ ਤੋਂ ਜ਼ਿਆਦਾ ਗਰੀਬ ਤਬਕੇ ਲਈ ਤਨਖਾਹ ਤੇ ਨੌਕਰੀ ਮੁਹੱਈਆ ਕਰਵਾਉਣਾ, ਪਿੰਡ ਦੀ ਪਾਣੀ ਅਤੇ ਸਪਲਾਈ ਅਤੇ ਸੈਨੀਟੇਸ਼ਨ ਦੀ ਸਹੂਲਤ ਮੁਹੱਈਆ ਕਰਵਾਉਣਾ। ਸੋ ਸਿਹਤ ਦੇ ਖੇਤਰ ਵਿੱਚ ਈ ਗਵਰਨੈਂਸ ਦੇ ਬਾਰੇ ਹੁਣ ਅਸੀਂ ਜਾਣਾਂਗੇ। ਸਿਹਤ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ, ਜਿਸ ਵਿੱਚ ਪਹਿਲਾ ਹੈ ਦਵਾਈਆਂ ਦੀ ਉਪਲਬਧਤਾ ਕਰਵਾਉਣਾ, ਦੂਸਰਾ ਵਿਸ਼ੇਸ਼ ਸਿਹਤ ਕੈਂਪ ਲਗਾਉਣਾ, ਤੀਜਾ ਆਂਗਨਵਾੜੀ ਕੇਂਦਰਾਂ ਦੀ ਸਹੂਲਤ ਮੁਹੱਈਆ ਕਰਾਉਣਾ। ਉਸ ਤੋਂ ਬਾਅਦ ਅਸੀਂ ਸਿੱਖਿਆ ਦੇ ਖੇਤਰ ਵਿੱਚ ਈ ਗਵਰਨੈਂਸ ਦੇ ਬਾਰੇ ਜਾਣਾਂਗੇ। ਸਿੱਖਿਆ ਦੇ ਖੇਤਰ ਵਿੱਚ ਈ ਗਵਰਨੈਂਸ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ, ਜਿਸ ਵਿੱਚ ਪਹਿਲਾ ਹੈ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਪ੍ਰਦਾਨ ਕਰਨਾ, ਦੂਜਾ 10ਵੀਂ ਅਤੇ 12ਵੀਂ ਜਮਾਤਾਂ ਦੇ ਰਿਜ਼ਲਟ ਮੁਹੱਈਆ ਕਰਵਾਉਣਾ, ਤੀਸਰਾ ਯੋਗਤਾ ਦੇ ਆਧਾਰ ਤੇ ਕਿਤਾਬਾਂ ਦੀ ਵੰਡ ਦੀ ਸੂਚਨਾ ਦੀ ਸਕੀਮ। ਸੋ ਬੱਚੇ ਹੁਣ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਖਾਲੀ ਥਾਂ ਭਰੋ। ਪਹਿਲੀ ਖਾਲੀ ਥਾਂ ਹੈ G to C ਤੋਂ ਭਾਵ ਹੈ ਡੈਸ਼ ਅਤੇ ਇਸ ਦੇ ਆਪਸ਼ਨ ਨੇ ਗਵਰਨਮੈਂਟ ਟੂ ਕੋਆਪਰੇਸ਼ਨ, ਗ੍ਰੀਵੈਂਸ ਟੂ ਕੋਆਪਰੇਸ਼ਨ, ਗਵਰਨਮੈਂਟ ਟੂ ਸਿਟੀਜ਼ਨ ਜਾਂ ਨਨ ਆਫ ਥੀਸ। ਇਸ ਦਾ ਰਾਈਟ ਆਂਸਰ ਹੈ G to C ਤੋਂ ਭਾਵ ਹੈ ਗਵਰਨਮੈਂਟ ਟੂ ਸਿਟੀਜ਼ਨ। ਦੂਸਰੀ ਖਾਲੀ ਥਾਂ ਹੈ G to G ਤੋਂ ਭਾਵ ਹੈ, ਜਿਸ ਦੇ ਆਪਸ਼ਨ ਨੇ ਗਵਰਨਮੈਂਟ ਟੂ ਗਵਰਨਮੈਂਟ, ਗੈਟ ਟੂ ਗੋ, ਗੈਦਰ ਟੂ ਗੋ ਜਾਂ ਨਨ ਆਫ ਥੀਸ। ਇਸ ਦਾ ਰਾਈਟ ਆਂਸਰ ਹੈ G to G ਤੋਂ ਭਾਵ ਹੈ ਗਵਰਨਮੈਂਟ ਟੂ ਗਵਰਨਮੈਂਟ। ਤੀਸਰੀ ਸਾਡੇ ਕੋਲ ਖਾਲੀ ਥਾਂ ਹੈ G to E ਤੋਂ ਭਾਵ ਹੈ ਡੈਸ਼। ਸਾਡੇ ਕੋਲ ਇਹਦੇ ਆਪਸ਼ਨ ਨੇ ਗ੍ਰੀਵੈਂਸ ਟੂ EMPLOYE, ਗਵਰਨਮੈਂਟ ਟੂ EMPLOYE, ਗਵਰਨਮੈਂਟ ਟੂ ENVIRONMENT ਜਾਂ none of these। ਇਸ ਦਾ ਰਾਈਟ ਆਂਸਰ ਹੈ G to E ਤੋਂ ਭਾਵ ਹੈ ਗਵਰਨਮੈਂਟ ਟੂ EMPLOYE। ਉਸ ਤੋਂ ਬਾਅਦ ਚੌਥੀ ਖਾਲੀ ਥਾਂ ਹੈ G to B ਤੋਂ ਭਾਵ ਹੈ ਡੈਸ਼ ਅਤੇ ਇਸ ਦੇ ਆਪਸ਼ਨ ਨੇ ਗਵਰਨਮੈਂਟ ਟੂ ਬੈਂਕ, ਗਵਰਨਮੈਂਟ ਟੂ ਬਿਜ਼ਨਸਮੈਨ, ਗਵਰਨਮੈਂਟ ਟੂ ਬਿਜ਼ਨਸ ਜਾਂ none of these। तो इसका सही उत्तर है G to B तो भाव है गवर्नमेंट टू बिजनेस। उस तो पंजवीं खाली थां है IRCTC तो भाव है डैश। इसका पहला ऑप्शन है इंडिया रेलवे कैटरिंग एंड टूरिज्म कॉर्पोरेशन लिमिटेड, दूजा है इंडिया रनवे कैटरिंग एंड टूरिज्म कॉर्पोरेशन लिमिटेड, तीसरा है इंडिया रेलवे कैटरिंग एंड ट्रैवलिंग कॉर्पोरेशन लिमिटेड, चौथा है इंडिया रेलवे कार्गो एंड टूरिज्म कॉर्पोरेशन लिमिटेड ਅਤੇ IRCTC ਤੋਂ ਭਾਵ ਹੈ ਜੋ ਸਹੀ ਉੱਤਰ ਹੈ ਇੰਡੀਆ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ। ਸੋ ਹੁਣ ਅਸੀਂ ਛੋਟੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਈ ਗਵਰਨੈਂਸ ਕੀ ਹੈ। ਸੋ ਸਰਕਾਰ ਦੇ ਕੰਮਕਾਜ ਆਨਲਾਈਨ ਹੋਣੇ ਹੀ ਈ ਗਵਰਨੈਂਸ ਅਖਵਾਉਂਦਾ ਹੈ।
ਇਸ ਰਾਹੀਂ ਨਾਗਰਿਕਾਂ ਨੂੰ ਆਨਲਾਈਨ ਸੇਵਾਵਾਂ ਉਹਨਾਂ ਦੇ ਨੇੜੇ ਤੋਂ ਨੇੜੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਦੂਜੇ ਸ਼ਬਦਾਂ ਵਿੱਚ ਈ-ਗਵਰਨੈਂਸ ਦਾ ਭਾਵ ਸਰਕਾਰੀ ਸੇਵਾਵਾਂ ਦਾ ਆਨਲਾਈਨ ਉਪਲਬਧ ਹੋਣਾ ਹੈ। ਅੱਜ ਦੇ ਸਮੇਂ ਵਿੱਚ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਵਿੱਚ ਈ-ਗਵਰਨੈਂਸ ਦੇ ਇਸਤੇਮਾਲ ਉੱਪਰ ਨਿਰਭਰ ਕਰਦੀ ਹੈ। ਦੂਜਾ ਪ੍ਰਸ਼ਨ ਹੈ, ਈ-ਗਵਰਨੈਂਸ ਦੇ ਦੋ ਮੁੱਖ ਉਦੇਸ਼ ਕਿਹੜੇ ਹਨ? ਈ-ਗਵਰਨੈਂਸ ਦੇ ਦੋ ਮੁੱਖ ਉਦੇਸ਼ ਇਸ ਪ੍ਰਕਾਰ ਹਨ, ਜਿਸ ਵਿੱਚ ਪਹਿਲਾ ਹੈ ਵੱਖੋ ਵੱਖਰੀਆਂ ਆਨਲਾਈਨ ਸੇਵਾਵਾਂ ਦੀ ਵਰਤੋਂ ਰਾਹੀਂ ਜਨਤਕ ਜ਼ਰੂਰਤਾਂ ਨੂੰ ਆਸਾਨ ਤਰੀਕੇ ਨਾਲ ਪੂਰਾ ਕਰੋ। ਦੂਸਰਾ, ਸਰਕਾਰੀ ਕੰਮਕਾਜ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਨ ਲਈ ਸੇਵਾਵਾਂ ਪ੍ਰਦਾਨ ਕਰਨਾ। ਤੀਸਰਾ ਪ੍ਰਸ਼ਨ ਹੈ, ਸ਼ਹਿਰੀ ਖੇਤਰ ਵਿੱਚ ਈ-ਗਵਰਨੈਂਸ ਕੀ ਕੰਮ ਕਰਦੀ ਹੈ? ਸ਼ਹਿਰੀ ਖੇਤਰ ਵਿੱਚ ਈ-ਗਵਰਨੈਂਸ ਹੇਠਾਂ ਲਿਖੇ ਕੰਮ ਕਰਦੀ ਹੈ, ਜਿਸ ਵਿੱਚ ਪਹਿਲਾ ਹੈ ਈ-ਗਵਰਨੈਂਸ ਆਵਾਜਾਈ ਦੇ ਖੇਤਰ ਵਿੱਚ ਵੱਖ-ਵੱਖ ਸੁਵਿਧਾਵਾਂ ਪ੍ਰਦਾਨ ਕਰਨ ਦਾ ਕੰਮ ਕਰਦੀ ਹੈ। ਦੂਜਾ, ਈ-ਗਵਰਨੈਂਸ ਬਿੱਲਾਂ ਅਤੇ ਟੈਕਸਾਂ ਦੀ ਆਨਲਾਈਨ ਅਦਾਇਗੀ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਤੀਸਰਾ, ਈ-ਗਵਰਨੈਂਸ ਹਰ ਤਰ੍ਹਾਂ ਦੀ ਸੂਚਨਾ ਅਤੇ ਲੋਕ ਸੰਪਰਕ ਸੇਵਾਵਾਂ ਪ੍ਰਦਾਨ ਕਰਦੀ ਹੈ। ਚੌਥਾ, ਈ-ਗਵਰਨੈਂਸ ਨਗਰ ਨਿਗਮ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਦੀ ਹੈ। ਪੰਜਵਾਂ, ਈ-ਗਵਰਨੈਂਸ ਸੜਕ ਅਤੇ ਸੁਰੱਖਿਆ ਪ੍ਰਬੰਧਨ ਸੰਬੰਧੀ ਸੇਵਾਵਾਂ ਪ੍ਰਦਾਨ ਕਰਦੀ ਹੈ। ਚੌਥਾ ਪ੍ਰਸ਼ਨ ਹੈ, ਪੇਂਡੂ ਖੇਤਰ ਵਿੱਚ ਈ-ਗਵਰਨੈਂਸ ਕੀ ਕੰਮ ਕਰਦੀ ਹੈ? ਪੇਂਡੂ ਖੇਤਰ ਵਿੱਚ ਈ-ਗਵਰਨੈਂਸ ਹੇਠਾਂ ਲਿਖੇ ਕੰਮ ਕਰਦੀ ਹੈ, ਜਿਸ ਵਿੱਚ ਪਹਿਲਾ ਹੈ ਈ-ਗਵਰਨੈਂਸ ਖੇਤੀਬਾੜੀ ਨਾਲ ਸੰਬੰਧਿਤ ਵੱਖ-ਵੱਖ ਕਿਸਮਾਂ ਦੀ ਸੂਚਨਾ ਪ੍ਰਦਾਨ ਕਰਦੀ ਹੈ। ਈ-ਗਵਰਨੈਂਸ ਆਮ ਜਾਂ ਲੋਕਲ ਸੂਚਨਾ ਲੋਕਾਂ ਨੂੰ ਪ੍ਰਦਾਨ ਕਰਦੀ ਹੈ। ਤੀਸਰਾ, ਈ-ਗਵਰਨੈਂਸ ਆਫਤ ਪ੍ਰਬੰਧਨ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀ ਸੂਚਨਾ ਪ੍ਰਦਾਨ ਕਰਦੀ ਹੈ। ਚੌਥਾ, ਈ-ਗਵਰਨੈਂਸ ਦੀ ਵਰਤੋਂ ਜ਼ਮੀਨਾਂ ਦੇ ਰਿਕਾਰਡਾਂ ਦੀ ਸਾਂਭ ਸੰਭਾਲ ਲਈ ਕੀਤੀ ਜਾਂਦੀ ਹੈ। ਪੰਜਵਾਂ, ਈ-ਗਵਰਨੈਂਸ ਪੰਚਾਇਤਾਂ ਦੇ ਕੰਮਕਾਜ ਵਿੱਚ ਵੱਖ-ਵੱਖ ਸੁਵਿਧਾਵਾਂ ਪ੍ਰਦਾਨ ਕਰਦੀ ਹੈ। ਹੁਣ ਅਸੀਂ ਇਸ ਪਾਠ ਦੇ ਵੱਡੇ ਉਤਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, ਇੱਕ ਚੰਗੀ ਈ-ਗਵਰਨੈਂਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ? ਇਸ ਦਾ ਉੱਤਰ ਹੈ, ਇੱਕ ਚੰਗੀ ਈ-ਗਵਰਨੈਂਸ ਦੀਆਂ ਮੁੱਖ ਵਿਸ਼ੇਸ਼ਤਾ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਚੰਗਾ ਗਵਰਨੈਂਸ ਲਏ ਗਏ ਫੈਸਲੇ ਦੇ ਨਤੀਜੇ ਲਈ ਜਨਤਾ ਨੂੰ ਜਵਾਬਦੇਹ ਹੁੰਦਾ ਹੈ। ਦੂਜਾ, ਚੰਗਾ ਗਵਰਨੈਂਸ ਪਾਰਦਰਸ਼ੀ ਹੁੰਦਾ ਹੈ, ਜਿਸ ਵਿੱਚ ਜਨਤਾ ਸਾਫ਼-ਸਾਫ਼ ਵੇਖ ਸਕਦੀ ਹੈ ਕਿ ਕੋਈ ਫੈਸਲਾ ਕਿਵੇਂ ਅਤੇ ਕਿਉਂ ਲਿਆ ਗਿਆ ਹੈ। ਤੀਜਾ, ਚੰਗਾ ਗਵਰਨੈਂਸ ਜਨਤਾ ਦੀਆਂ ਜ਼ਰੂਰਤਾਂ ਨੂੰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਪੂਰਾ ਕਰਨ ਲਈ ਜਵਾਬਦੇਹ ਹੁੰਦਾ ਹੈ। ਚੌਥਾ, ਚੰਗਾ ਗਵਰਨੈਂਸ ਕਾਨੂੰਨ ਦੀ ਪਾਲਣਾ ਕਰਦਾ ਹੈ। ਪੰਜਵਾਂ, ਚੰਗਾ ਗਵਰਨੈਂਸ ਫੈਸਲੇ ਕਰਨ ਅਤੇ ਫੈਸਲੇ ਲਾਗੂ ਕਰਨ ਵਿੱਚ ਪ੍ਰਭਾਵਸ਼ਾਲੀ ਅਤੇ ਕੁਸ਼ਲ ਹੁੰਦਾ ਹੈ ਅਤੇ ਕਈ ਪ੍ਰਕਿਰਿਆਵਾਂ ਦੁਆਰਾ ਉਪਲਬਧ ਲੋਕਾਂ ਸਰੋਤਾਂ ਦੀ ਵਧੀਆ ਵਰਤੋਂ ਕਰਕੇ ਸਮਾਜ ਦੀ ਜ਼ਰੂਰਤ ਅਨੁਸਾਰ ਨਤੀਜੇ ਪੈਦਾ ਕਰ ਸਕਦਾ ਹੈ। ਛੇਵਾਂ, ਚੰਗੇ ਗਵਰਨੈਂਸ ਵਿੱਚ ਸਭ ਦੀ ਸ਼ਮੂਲੀਅਤ ਹੁੰਦੀ ਹੈ। ਦੂਜਾ ਵੱਡਾ ਪ੍ਰਸ਼ਨ, ਈ-ਗਵਰਨੈਂਸ ਦੇ ਚਾਰ ਥੰਮ ਕਿਹੜੇ ਹਨ? ਵਿਸਥਾਰ ਨਾਲ ਦੱਸੋ। ਈ-ਗਵਰਨੈਂਸ ਦੇ ਚਾਰ ਥੰਮ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਕਨੈਕਟੀਵਿਟੀ, ਲੋਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਨਾਲ ਜੋੜਨ ਲਈ ਕਨੈਕਟੀਵਿਟੀ ਦੀ ਜ਼ਰੂਰਤ ਹੁੰਦੀ ਹੈ। ਦੂਜਾ, ਗਿਆਨ ਤੋਂ ਭਾਵ ਸੂਚਨਾ ਟੈਕਨੋਲੋਜੀ ਬਾਰੇ ਗਿਆਨ ਹੋਣਾ ਹੈ। ਸਰਕਾਰ ਹੁਨਰਮੰਦ ਇੰਜੀਨੀਅਰਾਂ ਦੁਆਰਾ ਇਸ ਕੰਮ ਨੂੰ ਕਰਵਾਉਂਦੀ ਹੈ ਜੋ ਈ-ਗਵਰਨੈਂਸ ਦੇ ਕੰਮ ਕੁਸ਼ਲਤਾ ਨਾਲ ਨੇਪਰੇ ਚਾੜ੍ਹਦੇ ਹਨ। ਤੀਸਰਾ, ਡਾਟਾ ਕੰਟੈਂਟ, ਇੰਟਰਨੈਟ ਉੱਤੇ ਸੂਚਨਾ ਸ਼ੇਅਰ ਕਰਨ ਲਈ ਸਰਕਾਰ ਆਪਣੀਆਂ ਸੇਵਾਵਾਂ ਨਾਲ ਸੰਬੰਧਿਤ ਡਾਟਾਬੇਸ ਨੂੰ ਸਾਂਭਦੀ ਹੈ। ਚੌਥਾ, ਕੈਪੀਟਲ ਪੂੰਜੀ, ਕੈਪੀਟਲ ਤੋਂ ਭਾਵ ਸਰਕਾਰ ਰਾਹੀਂ ਆਪਣੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਵਰਤੀ ਗਈ ਰਾਸ਼ੀ ਹੈ। ਤੀਸਰਾ ਪ੍ਰਸ਼ਨ, ਈ-ਗਵਰਨੈਂਸ ਦੇ ਚਾਰ ਮਾਡਲ ਦੀ ਵਿਆਖਿਆ ਕਰੋ। ਈ-ਗਵਰਨੈਂਸ ਦੇ ਚਾਰ ਮਾਡਲ ਇਸ ਪ੍ਰਕਾਰ ਹਨ। ਪਹਿਲਾ, ਸਰਕਾਰ ਤੋਂ ਨਾਗਰਿਕ। ਈ-ਗਵਰਨੈਂਸ ਦੀ ਇਸ ਕਿਸਮ ਵਿੱਚ ਸਰਕਾਰ ਆਪਣੇ ਨਾਗਰਿਕਾਂ ਨੂੰ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਇੱਕ ਦੂਜੇ ਨਾਲ ਸੰਚਾਰ ਕਰਦੇ ਹਨ। ਇਸ ਵਿੱਚ ਸਰਕਾਰ ਉਹ ਸੇਵਾਵਾਂ ਪ੍ਰਦਾਨ ਕਰਦੀ ਹੈ ਜੋ ਸਿੱਧੇ ਤੌਰ ਤੇ ਜਨਤਾ ਨਾਲ ਸੰਬੰਧਿਤ ਹੁੰਦੀਆਂ ਹਨ ਅਤੇ ਇਹ ਸੇਵਾਵਾਂ ਮੁਫਤ ਜਾਂ ਘੱਟ ਤੋਂ ਘੱਟ ਖਰਚਿਆਂ ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਦੂਜਾ, ਸਰਕਾਰ ਤੋਂ ਸਰਕਾਰ। ਈ-ਗਵਰਨੈਂਸ ਦੀ ਇਸ ਕਿਸਮ ਵਿੱਚ ਆਨਲਾਈਨ ਸੇਵਾਵਾਂ ਨੂੰ ਰੱਖਿਆ ਜਾਂਦਾ ਹੈ, ਜਿਸ ਵਿੱਚ ਕੇਂਦਰੀ ਸਰਕਾਰ ਤੇ ਰਾਜ ਸਰਕਾਰਾਂ ਆਪਸੀ ਡਾਟਾ ਅਤੇ ਸੂਚਨਾ ਸ਼ੇਅਰ ਕਰਦੀਆਂ ਹਨ। ਸਰਕਾਰੀ ਏਜੰਸੀਆਂ, ਵਿਭਾਗ ਅਤੇ ਸੰਸਥਾਵਾਂ ਆਪਸੀ ਸੰਚਾਰ, ਡਾਟਾ ਪਹੁੰਚ ਅਤੇ ਜਾਣਕਾਰੀ ਦੀ ਵੰਡ ਨੂੰ ਬਿਹਤਰ ਬਣਾ ਕੇ ਸਰਕਾਰ ਤੋਂ ਸਰਕਾਰ ਈ-ਗਵਰਨੈਂਸ ਦੇ ਅਧੀਨ ਆਉਂਦੀਆਂ ਹਨ। ਤੀਸਰਾ ਹੈ ਸਰਕਾਰ ਤੋਂ ਵਪਾਰੀ। ਈ-ਗਵਰਨੈਂਸ ਦੀ ਇਸ ਕਿਸਮ ਵਿੱਚ ਸਰਕਾਰ ਵੱਲੋਂ ਕਾਰੋਬਾਰ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸ਼ਾਮਲ ਹੁੰਦੀਆਂ ਹਨ। ਇਹਨਾਂ ਸੇਵਾਵਾਂ ਰਾਹੀਂ ਸਰਕਾਰ ਅਤੇ ਵਪਾਰਕ ਸੰਗਠਨ ਇੱਕ ਦੂਜੇ ਨਾਲ ਸੰਚਾਰ ਕਰਦੇ ਹਨ। ਆਨਲਾਈਨ ਵਿਕਰੀ ਅਤੇ ਚੀਜ਼ਾਂ ਦੀ ਖਰੀਦ, ਚੀਜ਼ਾਂ ਦੇ ਟੈਕਸ ਜਾਂ ਕਾਰੋਬਾਰ ਤੇ ਸਬਸਿਡੀਆਂ ਆਦਿ ਸੇਵਾਵਾਂ ਸਰਕਾਰ ਦੁਆਰਾ ਕਾਰੋਬਾਰ ਨੂੰ ਦਿੱਤੀਆਂ ਜਾਂਦੀਆਂ ਹਨ। ਚੌਥਾ ਹੈ ਸਰਕਾਰ ਤੋਂ ਕਰਮਚਾਰੀ। ਇਸ ਕਿਸਮ ਦੀ ਈ-ਗਵਰਨੈਂਸ ਵਿੱਚ ਉਹ ਸੇਵਾਵਾਂ ਅਤੇ ਸਹੂਲਤਾਂ ਸ਼ਾਮਲ ਹਨ ਜੋ ਸਰਕਾਰ ਅਤੇ ਇਸ ਦੇ ਕਰਮਚਾਰੀਆਂ ਵਿਚਕਾਰ ਹੁੰਦੀਆਂ ਹਨ। ਸਰਕਾਰ ਵੱਲੋਂ ਕਰਮਚਾਰੀਆਂ ਦੇ ਤਨਖਾਹ ਬਿੱਲ, ਉਹਨਾਂ ਦੇ ਸਰਵਿਸ ਰਿਕਾਰਡ, ਵਿਭਾਗੀ ਤਬਾਦਲੇ,
ਅਤੇ ਕਰਮਚਾਰੀਆਂ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਰਿਕਾਰਡ ਸਰਕਾਰਾਂ ਦੁਆਰਾ ਆਨਲਾਈਨ ਰੱਖੇ ਜਾਂਦੇ ਹਨ। ਅੱਗੇ ਚੌਥਾ ਪ੍ਰਸ਼ਨ ਹੈ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਈ-ਗਵਰਨੈਂਸ ਦਾ ਕੀ ਮਹੱਤਵ ਹੈ, ਲਿਖੋ। ਸਭ ਤੋਂ ਪਹਿਲਾਂ ਅਸੀਂ ਸਿਹਤ ਦੇ ਖੇਤਰ ਵਿੱਚ ਈ-ਗਵਰਨੈਂਸ ਦੇ ਮਹੱਤਵ ਬਾਰੇ ਜਾਣਾਂਗੇ। ਸੋ ਉਮੀਦ ਕੀਤੀ ਜਾਂਦੀ ਹੈ ਕਿ ਈ-ਗਵਰਨੈਂਸ ਜ਼ਿਆਦਾਤਰ ਸਮੱਸਿਆਵਾਂ ਨੂੰ ਹੱਲ ਕਰ ਦੇਵੇਗਾ। ਸਿਹਤ ਵਿੱਚ ICT ਦੀ ਪ੍ਰਭਾਵੀ ਵਰਤੋਂ, ਸਾਜ਼ੋ ਸਮਾਨ, ਸਹਾਇਕ ਸਟਾਫ ਅਤੇ ਨਾਜ਼ੁਕ ਦਵਾਈਆਂ ਦੀ ਵਰਤੋਂ ਕੁਸ਼ਲ ਵਰਤੋਂ ਦੁਆਰਾ ਉੱਚ ਉਤਪਾਦਕਤਾ ਨੂੰ ਯਕੀਨੀ ਬਣਾ ਸਕਦੀ ਹੈ। ਦੇਖਭਾਲ ਦੀ ਬਿਹਤਰ ਗੁਣਵੱਤਾ, ਅਨੁਕੂਲਿਤ ਡਰੱਗ ਸਪਲਾਈ ਅਤੇ ਮਰੀਜ਼ ਦੀ ਸੰਤੁਸ਼ਟੀ ਵਿੱਚ ਸੁਧਾਰ ਆਦਿ ਈ-ਗਵਰਨੈਂਸ ਰਾਹੀਂ ਕੀਤਾ ਜਾ ਸਕਦਾ ਹੈ। ਇਹ ਦੇਰੀ ਅਤੇ ਹਫੜਾ ਦਫੜੀ ਦੀ ਬੁਰਾਈ ਨਾਲ ਸਫਲਤਾਪੂਰਵਕ ਨਜਿੱਠ ਸਕਦਾ ਹੈ, ਜੋ ਵਰਤਮਾਨ ਵਿੱਚ ਦੇਸ਼ ਭਰ ਦੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਪ੍ਰਚਲਿਤ ਹੈ। ਦੂਸਰਾ ਹੈ, ਸਿੱਖਿਆ ਦੇ ਖੇਤਰ ਵਿੱਚ ਈ-ਗਵਰਨੈਂਸ। ਸਿੱਖਿਆ ਪ੍ਰਣਾਲੀਆਂ ਵਿੱਚ ਵਧੀਆ ਸ਼ਾਸਨ ਸਿੱਖਿਆ ਸੇਵਾਵਾਂ ਦੀ ਪ੍ਰਭਾਵਸ਼ਾਲੀ ਡਿਲੀਵਰੀ ਨੂੰ ਉਤਸ਼ਾਹਿਤ ਕਰਦਾ ਹੈ। ਉਚਿਤ ਮਿਆਰ, ਪ੍ਰੋਤਸਾਹਨ, ਜਾਣਕਾਰੀ ਅਤੇ ਜਵਾਬਦੇਹੀ ਮਹੱਤਵਪੂਰਨ ਹਨ, ਜੋ ਜਨਤਕ ਪ੍ਰਦਾਤਾਵਾਂ ਤੋਂ ਉੱਚ ਪ੍ਰਦਰਸ਼ਨ ਨੂੰ ਪ੍ਰੇਰਿਤ ਕਰਦੇ ਹਨ। ਜੇਕਰ ਸਹੀ ਢੰਗ ਨਾਲ ਨਿਸ਼ਾਨਾ ਬਣਾਇਆ ਜਾਵੇ ਤਾਂ ਇਹ ਸਿੱਖਿਆ ਵਿਵਸਥਾ ਵਿੱਚ ਅਸਮਾਨਤਾਵਾਂ ਨੂੰ ਵੀ ਘਟਾ ਸਕਦਾ ਹੈ। ਅਤੇ ਪੰਜਵਾਂ ਪ੍ਰਸ਼ਨ ਹੈ, ਈ-ਗਵਰਨੈਂਸ ਦੇ ਇਤਿਹਾਸ ਅਤੇ ਵਿਕਾਸ ਬਾਰੇ ਲਿਖੋ। ਈ-ਗਵਰਨੈਂਸ ਭਾਰਤ ਵਿੱਚ 1970 ਦੇ ਦਹਾਕੇ ਵਿੱਚ ਹੋਂਦ ਵਿੱਚ ਆਇਆ ਸੀ। ਉਸ ਸਮੇਂ ਸਰਕਾਰ ਨੇ ਇਸ ਨੂੰ ਸੁਰੱਖਿਆ ਦੇ ਖੇਤਰ, ਆਰਥਿਕ ਨਿਗਰਾਨੀ ਅਤੇ ਯੋਜਨਾ ਦੇ ਖੇਤਰ ਵਿੱਚ ਅਪਣਾਇਆ ਸੀ। ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੀ ਵਰਤੋਂ, ਚੋਣਾਂ, ਮਰਦਮਸ਼ੁਮਾਰੀ, ਟੈਕਸ, ਪ੍ਰਸ਼ਾਸਨ ਨਾਲ ਸੰਬੰਧਿਤ ਡਾਟਾ ਦਾ ਪ੍ਰਬੰਧ ਕਰਨ ਲਈ ਕੀਤੀ ਗਈ ਸੀ। ਇਸ ਤੋਂ ਬਾਅਦ ਰਾਸ਼ਟਰੀ ਸੂਚਨਾ ਸੰਸਥਾ ਦੇ ਉਪਰਾਲਿਆਂ ਰਾਹੀਂ 80 ਦੇ ਦਹਾਕੇ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ਨੇ ਆਪਸ ਵਿੱਚ ਜੋੜਿਆ ਗਿਆ ਸੀ। 90 ਦੇ ਦਹਾਕੇ ਵਿੱਚ ਈ-ਗਵਰਨੈਂਸ ਨੇ ਸੂਚਨਾ ਟੈਕਨੋਲੋਜੀ ਦੀ ਵਰਤੋਂ ਕਰਕੇ ਵੱਡੇ ਖੇਤਰਾਂ ਤੱਕ ਪਹੁੰਚ ਕੀਤੀ ਅਤੇ ਪੇਂਡੂ ਖੇਤਰਾਂ ਤੱਕ ਪਹੁੰਚ ਕਰਨ ਨੂੰ ਆਪਣਾ ਮੁੱਖ ਟੀਚਾ ਰੱਖਿਆ। ਸੋ ਵਿਦਿਆਰਥੀਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।